हेलो फ्रेंड्स, ਤੁਹਾਡੇ ਆਪਣੇ YouTube ਚੈਨਲ ਲੈਟਸ ਡੂ ਇਟ 'ਤੇ ਬਹੁਤ-ਬਹੁਤ ਸਵਾਗਤ ਹੈ। ਮੈਂ ਹਾਂ ਚੰਦਰਪਾਲ। ਇੱਕ ਪੁਰਾਣੀ ਭਰਤੀ ਜਿਹੜੀ ਨਵੀਂ ਐਡਵਰਟਾਈਜ਼ਮੈਂਟ ਦੇ ਨਾਲ ਦੁਬਾਰਾ ਆਈ ਹੈ ਜੀ 8393। ਬਹੁਤ ਬੱਚਿਆਂ ਨੇ ਪਹਿਲਾਂ ਅਪਲਾਈ ਕੀਤਾ ਸੀ ਅਤੇ ਹੁਣ ਦੁਬਾਰਾ ਤੋਂ ਜਿਹੜਾ ਇਹਨਾਂ ਪੋਸਟਾਂ ਨੂੰ ਇੱਕ ਤਰੀਕੇ ਦੇ ਨਾਲ ਮੋਡੀਫਾਈ ਕਰਕੇ ਜਿਹੜੇ ਵੋਲੰਟੀਅਰਸ ਹੈ ਜੀ ਉਹਨਾਂ ਨੂੰ ਸਪੈਸ਼ਲੀ ਇਸ ਦੇ ਵਿੱਚ ਅਲਾਉ ਕੀਤਾ ਗਿਆ ਹੈ। ਭਰਤੀ ਵਿੱਚ ਕਿੰਨੀ ਪੋਸਟਾਂ ਹੈ ਜੀ, ਕੋਈ ਘੱਟ ਵੱਧ ਨਹੀਂ ਕੀਤੀ ਗਈ, 8393 ਹੀ ਰੱਖੀ ਗਈ ਹੈ। ਫੀਸ ਅਤੇ ਕੁਆਲੀਫਿਕੇਸ਼ਨ ਅਤੇ ਪ੍ਰੋਸੈਸ ਕਿਸ ਤਰੀਕੇ ਦਾ ਰਹੇਗਾ ਭਰਤੀ ਦਾ, ਉਹ ਤੁਹਾਡੇ ਨਾਲ ਡਿਸਕਸ ਕਰ ਰਹੇ ਹਾਂ ਜੀ। ਜੇਕਰ ਤੁਸੀਂ ਚੈਨਲ ਉੱਪਰ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਜੋ ਵੀ ਨਵੀਂ ਇਨਫੋਰਮੇਸ਼ਨ ਭਰਤੀ ਦੇ ਰਿਗਾਰਡਿੰਗ ਹੋਏਗੀ ਉਹ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਏਗੀ। ਠੀਕ ਹੈ ਜੀ। ਸਿੱਖਿਆ ਵਿਭਾਗ ਪੰਜਾਬ ਵੱਲੋਂ ਜੇ DPI ਐਲੀਮੈਂਟਰੀ ਸੀਨੀਅਰ ਸੈਕੰਡਰੀ ਪੰਜਾਬ ਦੇ ਮੈਮੋ ਨੰਬਰ ਜਿਹੜਾ ਇੰਨਾ ਹੈ ਮਿਤੀ 13/9/2021 ਅਨੁਸਾਰ ਪ੍ਰੀ ਪ੍ਰਾਇਮਰੀ ਅਧਿਆਪਕ ਦੀਆਂ ਜਿਹੜੀ 8393 ਭਰਤੀ ਹੈ ਜੀ, ਯੋਗ ਉਮੀਦਵਾਰ ਪਾਸੋਂ ਜਿਹੜੀ ਐਪਲੀਕੇਸ਼ਨ ਮੰਗੀ ਗਈ ਹੈ 11/10/2021 ਤੱਕ। ਇਹ ਕੈਟਾਗਰੀ ਵਾਈਜ਼ ਪੋਸਟਾਂ ਹੈ ਜੀ। ਜਨਰਲ ਦੀ 3273, ਅਨੁਸੂਚਿਤ ਜਾਤੀ SC M&B ਦੀ ਹੈ ਜੀ 840। ਇਸੇ ਤਰੀਕੇ ਦੇ ਨਾਲ ਵੱਖ-ਵੱਖ ਕੈਟਾਗਰੀ ਦੀ ਜਿਹੜੀ ਪੋਸਟਾਂ ਵੰਡੀ ਹੋਈ ਹੈ ਜੀ। BC ਕੈਟਾਗਰੀ ਦੀ 839 ਪੋਸਟਾਂ ਨੇ। ਖਿਡਾਰੀ ਜਨਰਲ 167 ਅਤੇ ਇਸੇ ਤਰੀਕੇ ਦੇ ਨਾਲ ਜਿਹੜੀ ਅਲੱਗ-ਅਲੱਗ ਪੋਸਟਾਂ ਇਕਨੋਮਿਕਲ ਵੀਕਰ ਸੈਸ਼ਨ ਦੀ 839 ਪੋਸਟਾਂ। ਅਤੇ ਇਸ ਹਿਸਾਬ ਨਾਲ ਤੁਸੀਂ ਵੇਖ ਸਕਦੇ ਹੋ ਲਗਭਗ BC ਅਤੇ ਇਕਨੋਮਿਕਲ ਵੀਕਰ ਸੈਸ਼ਨ ਦੀ ਸੇਮ ਜਿਹੜੀ ਪੋਸਟ ਹੈ ਜੀ, ਇਸ ਉੱਤੇ ਵੀ ਤੁਸੀਂ ਇੱਕ ਵਾਰ ਜ਼ਰੂਰ ਗੌਰ ਕਰਨਾ, ਕਿਉਂਕਿ 10% ਅਤੇ 12% 14% ਦਾ ਜਿਹੜਾ ਕੋਟਾ ਹੈ ਉਹ ਪਤਾ ਨਹੀਂ ਕਿਸ ਤਰੀਕੇ ਦੇ ਨਾਲ ਰੱਖਿਆ ਹੈ। ਇਸ ਤੋਂ ਇਲਾਵਾ ਜਿਹੜੀ ਐਜੂਕੇਸ਼ਨ ਕੁਆਲੀਫਿਕੇਸ਼ਨ ਹੈ ਜੀ, ਸੀਨੀਅਰ ਸੈਕੰਡਰੀ ਜੀ ਹੈ ਤੁਹਾਡੇ ਕੋਲ +2 ਤੁਸੀਂ ਪਾਸ ਆਊਟ ਹੋਣੇ ਚਾਹੀਦੇ ਹੋ ਵਿਦ 45% ਮਾਰਕਸ। ਅਤੇ ਇਸ ਤੋਂ ਇਲਾਵਾ ਤੁਹਾਡੇ ਕੋਲ ਜਿਹੜਾ NCT ਦੀ ਜਿਹੜੀ ਗਾਈਡਲਾਈਨਸ ਹੈ ਉਸ ਦੇ ਅਕੋਰਡਿੰਗ ਤੁਹਾਡੇ ਕੋਲ 1 ਸਾਲ ਦਾ ਜਿਹੜਾ ਹੈ ਨਰਸਰੀ ਟੀਚਰ ਐਜੂਕੇਸ਼ਨ ਪ੍ਰੋਗਰਾਮ ਦਾ 1 ਸਾਲ ਦਾ ਡਿਪਲੋਮਾ ਹੈ ਜਿਹੜਾ ਹੋਣਾ ਚਾਹੀਦਾ ਹੈ, ਜਿਸ ਨੂੰ ਪੰਜਾਬ ਦੇ ਵਿੱਚ NTT ਦੇ ਨਾਂ ਤੋਂ ਜਾਣਿਆ ਜਾਂਦਾ। ਉਹ ਤੁਹਾਡੇ ਕੋਲ 1 ਸਾਲ ਦਾ ਜਿਹੜਾ ਡਿਪਲੋਮਾ ਹੋਣਾ ਚਾਹੀਦਾ ਹੈ। ਬਾਕੀ ਤੁਹਾਡੇ ਕੋਲ 3 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਐਜ਼ ਏ ਐਜੂਕੇਸ਼ਨ ਪ੍ਰੋਵਾਈਡਰ, ਐਜੂਕੇਸ਼ਨ ਵੋਲੰਟੀਅਰ, ਐਜੂਕੇਸ਼ਨ ਗਾਰੰਟੀ ਸਕੀਮ ਵੋਲੰਟੀਅਰ, EGS, AIV, STR, IEV ਵੋਲੰਟੀਅਰ ਦੇ ਤੌਰ 'ਤੇ ਉੱਤੇ ਤੁਸੀਂ ਜਿਹੜਾ 3 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੋਣਾ ਚਾਹੀਦਾ ਹੈ। ਕੰਟੀਨਿਊਟੀ ਨਹੀਂ ਹੈ ਜੀ, ਤੁਸੀਂ ਚਾਹੇ ਕਿਸੇ ਵੀ ਤਰੀਕੇ ਦੇ ਨਾਲ 3 ਸਾਲ ਜਿਹੜੇ ਪੂਰੇ ਕੀਤੇ ਹੋਣੇ ਚਾਹੀਦੇ ਹੈ। ਰੈਗੂਲਰ ਦਾ ਇਸ ਦੇ ਵਿੱਚ ਨਹੀਂ ਲਿਖਿਆ ਹੋਇਆ, ਪਰ ਪੰਜਾਬ ਸਕੂਲ ਦੇ ਜਿਹੜੇ ਅੰਡਰ ਹੈ ਉਹ ਸਕੂਲ ਹੋਣਾ ਚਾਹੀਦਾ ਹੈ, ਪੰਜਾਬ ਸਟੇਟ ਦੇ ਅੰਡਰ ਹੋਣਾ ਚਾਹੀਦਾ ਹੈ। ਅਦਰ ਸਟੇਟ ਦਾ ਜਿਹੜਾ ਹੈ ਉਹ ਅਲਾਊਡ ਨਹੀਂ ਹੋਏਗਾ। ਸੰਭਾਵਿਤ ਉਮੀਦਵਾਰਾਂ ਨੂੰ ਲਾਜ਼ਮੀ ਜਾਂ ਚੋਣੇ ਵਿਸ਼ੇ ਵਜੋਂ ਪੰਜਾਬੀ 10ਵੀਂ ਪਾਸ ਹੋਣੀ ਚਾਹੀਦੀ ਹੈ ਜੀ। ਤੁਹਾਡੀ ਜਿਹੜੀ ਚੋਣ ਹੈ ਉਹ ਕਿਸ ਤਰੀਕੇ ਦੇ ਨਾਲ ਹੋਏਗੀ ਉਹ ਥੋੜ੍ਹਾ ਜਿਹਾ ਦੇਖਣ ਵਾਲਾ ਹੈ। ਇਸ ਦੇ ਵਿੱਚ 100 ਨੰਬਰ ਦਾ ਤੁਹਾਡਾ ਓਬਜੈਕਟਿਵ ਟਾਈਪ ਜਿਹੜਾ ਹੈ ਟੈਸਟ ਲਿਆ ਜਾਏਗਾ। ਜਿਹੜਾ ਉਮੀਦਵਾਰ ਜ਼ਿਆਦਾ ਮੈਰਿਟ ਵਿੱਚ ਆਏਗਾ ਉਸ ਨੂੰ ਉਸ ਹਿਸਾਬ ਨਾਲ ਉਹਦੇ ਜਿਹੜੀ ਹੈ ਰੱਖਿਆ ਜਾਏਗਾ। ਇਸ ਤੋਂ ਇਲਾਵਾ ਗ੍ਰੈਜੂਏਸ਼ਨ ਦੇ ਜਿਹੜੇ ਫਸਟ ਡਿਵੀਜ਼ਨ ਤੁਸੀਂ ਪਾਸ ਕੀਤੀ ਹੈ 5 ਨੰਬਰ, ਦੂਜੇ ਦਰਜੇ ਦੇ ਵਿੱਚ ਜੇਕਰ ਤੁਸੀਂ ਪਾਸ ਕੀਤੀ ਹੈ 3 ਨੰਬਰ, ਅਤੇ ਲਾਸਟ ਜੇ ਤੁਸੀਂ ਪਾਸ ਕੀਤੀ ਹੈ ਤੀਜੇ ਦਰਜੇ ਦੇ ਵਿੱਚ ਤਾਂ ਤੁਹਾਨੂੰ 2 ਨੰਬਰ ਮਿਲਣਗੇ। ਸੇਮ ਉਹੀ ਸਿਸਟਮ ਹੈ ਜੀ ਜੋ ETT ਦੀ ਪੋਸਟਾਂ ਦੇ ਵਿੱਚ ਰੱਖਿਆ ਗਿਆ ਸੀ, ਸੇਮ ਉਸੇ ਪ੍ਰਕਾਰ ਦੇ ਨਾਲ ਇਸ ਦੇ ਵਿੱਚ ਰੱਖਿਆ ਗਿਆ ਹੈ। ਜੇਕਰ ਇੱਕ ਤੋਂ ਵੱਧ ਉਮੀਦਵਾਰ ਦੀ ਅੰਕ ਬਰਾਬਰ ਰਹਿੰਦੇ ਨੇ ਤਾਂ ਸਭ ਤੋਂ ਪਹਿਲਾਂ ਜਿਹੜਾ ਡੇਟ ਆਫ ਬਰਥ ਦਾ, ਉਸ ਤੋਂ ਬਾਅਦ ਜਿਹੜਾ ਪ੍ਰੋਫੈਸ਼ਨਲ ਜਿਹੜੀ ਤੁਹਾਡੀ ਡਿਗਰੀ ਹੈ ਜੀ ਇਸ ਦੇ ਵਿੱਚ NTT ਹੈ ਉਹਦੀ ਜਿਹੜਾ ਨੰਬਰ ਰਹੇਗਾ ਉਹ ਜ਼ਿਆਦਾ ਹੋਣਗੇ, ਉਸ ਨੂੰ ਪਹਿਲ ਦਿੱਤੀ ਜਾਏਗੀ। ਤਾਂ ਇਸ ਗੱਲ ਦਾ ਥੋੜ੍ਹਾ ਜਿਹਾ ਤੁਸੀਂ ਧਿਆਨ ਰੱਖਣਾ ਹੈ। ਸਿੱਖਿਆ ਵਿਭਾਗ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਕੰਮ ਕਰ ਰਹੇ ਸਿੱਖਿਆ ਪ੍ਰੋਵਾਈਡਰ, ਐਜੂਕੇਸ਼ਨ ਪ੍ਰੋਵਾਈਡਰ, ਵੋਲੰਟੀਅਰ ਵਗੈਰਾ ਹੈ ਨੂੰ ਆਪਣੀ ਸੇਵਾ ਸੰਬੰਧੀ ਤਜਰਬਾ ਜਿਸ ਵਿੱਚ ਸਪਸ਼ਟ ਤੌਰ 'ਤੇ ਕੁੱਲ ਤਜਰਬਾ ਦਰਸਾਇਆ ਹੋਵੇ, ਸੰਬੰਧਿਤ ਜ਼ਿਲ੍ਹਾ ਸਿੱਖਿਆ ਅਫੀਸਰ ਦੇ ਕੋਲੋਂ ਪ੍ਰਤੀ ਹਸਤਾਖਰ ਕੀਤਾ ਹੋਇਆ ਉਹ ਹੀ ਮਾਣਯੋਗ ਹੋਵੇਗਾ। ਤਾਂ ਇਹ ਤੁਸੀਂ ਆਪਣੇ BPO ਤੋਂ ਆਪਣਾ ਜਿਹੜਾ ਸਰਟੀਫਿਕੇਟ ਹੈ ਤੁਹਾਡੇ ਕੋਲ ਹੋਣਾ ਚਾਹੀਦਾ। 3 ਸਾਲ ਦਾ ਜਿਹੜਾ ਐਕਸਪੀਰੀਅੰਸ ਦਾ ਇਹ ਮੰਗਿਆ ਗਿਆ ਜੀ। ਅਤੇ ਇਹ ਹੈ ਜੀ ਤੁਹਾਡੀ ਕਿਸ ਤਰੀਕੇ ਦੇ ਨਾਲ ਅਦਾਇਗੀਯੋਗ ਰਕਮ ਰਹੇਗੀ, ਕਿਸ ਤਰੀਕੇ ਦੇ ਨਾਲ ਤੁਹਾਡਾ ਪੇ ਸਕੇਲ ਰਹੇਗਾ, ਇਹ ਦੱਸਿਆ ਗਿਆ ਹੈ। ਪੇ ਸਕੇਲ ਤੁਹਾਡਾ 25,500 ਰਹੇਗਾ। ਗਰੁੱਪ C ਦੀ ਜਿਹੜੀ ਲਗਭਗ ਪੋਸਟ ਹੈ ਜੀ ਉਸ ਦੇ ਵਿੱਚ ਹੀ ਇਸ ਪੋਸਟ ਨੂੰ ਰੱਖਿਆ ਗਿਆ, ਅਤੇ 3 ਸਾਲ ਦਾ ਤੁਹਾਡਾ ਜਿਹੜਾ ਹੈ ਪਰਕ ਕਾਲ ਰਹੇਗਾ। ਉਮਰ ਸੀਮਾ ਇਸ ਦੇ ਵਿੱਚ ਵੇਖ ਸਕਦੇ ਹੋ ਜੀ ਤੁਸੀਂ, ਉਮਰ ਸੀਮਾ ਹੈ ਜਿਹੜੀ ਉਹ ਤੁਹਾਡੀ ਇਸ ਦੇ ਵਿੱਚ ਰੱਖੀ ਗਈ ਹੈ 18 ਤੋਂ 37 ਸਾਲ ਦੀ ਜਿਹੜੀ ਉਮਰ ਸੀਮਾ ਤੁਹਾਡੀ ਰੱਖੀ ਗਈ ਹੈ। ਠੀਕ ਹੈ, 18 ਤੋਂ 37 ਸਾਲ ਜਿਹੜੀ ਉਮਰ ਸੀਮਾ ਰੱਖੀ ਗਈ ਹੈ ਜੀ। ਪੰਜਾਬ ਸਿੱਖਿਆ ਵਿਭਾਗ ਦੇ ਨੋਟੀਫਿਕੇਸ਼ਨ ਨੰਬਰ ਅਨੁਸਾਰ ਰਾਜ ਦੇ ਸਿੱਖਿਆ ਵਿਭਾਗ ਦੇ ਸਰਕਾਰੀ ਸਕੂਲਾਂ ਵਿੱਚ ਕੰਮ ਕਰ ਰਹੇ ਸਿੱਖਿਆ ਪ੍ਰੋਵਾਈਡਰ, ਐਜੂਕੇਸ਼ਨ ਪ੍ਰੋਵਾਈਡਰ, ਵੋਲੰਟੀਅਰ ਦੀ ਉੱਪਰਲੀ ਸੀਮਾ ਵਿੱਚ ਸੇਵਾ ਛੂਟ ਦੇ ਬਰਾਬਰ ਇਹ ਇੱਥੇ ਉਹਨਾਂ ਨੂੰ ਛੂਟ ਦਿੱਤੀ ਗਈ। ਸਪੈਸ਼ਲੀ ਇਸ ਚੀਜ਼ ਦਾ ਮੈਂਸ਼ਨ ਕੀਤਾ ਹੋਇਆ, ਇਹ ਤੁਸੀਂ ਵੇਖ ਸਕਦੇ ਹੋ। ਬਾਕੀ 5-5 ਸਾਲ ਦੀ ਜਿਹੜੀ ਪਛੜੀ ਸ਼੍ਰੇਣੀ ਨੂੰ ਛੂਟ ਦਿੱਤੀ ਗਈ ਹੈ।
ਬਾਕੀ ਹੋਰ ਅਗਰ ਤੁਸੀਂ ਸੈਂਟਰ ਗੌਰਮੈਂਟ ਦੇ ਵਿੱਚ ਨੌਕਰੀ ਕੀਤੀ ਹੈ ਤਾਂ 45 ਸਾਲ ਹੈ। ਪੰਜਾਬ ਦੇ ਵਿੱਚ ਜੇਕਰ ਕੋਈ ਵਿਧਵਾ ਜਾਂ ਤਲਾਕਸ਼ੁਦਾ ਔਰਤ ਹੈ ਜੀ, ਉਸ ਦੀ ਉੱਪਰਲੀ ਸੀਮਾ 42 ਸਾਲ ਹੈ ਜੀ। ਅਤੇ ਵਿਕਲਾਂਗ ਕੋਈ ਹੈ ਉਸ ਨੂੰ 10 ਸਾਲ ਦੀ ਜਿਹੜੀ ਛੂਟ ਦਿੱਤੀ ਗਈ ਹੈ। ਬਾਕੀ ਐਕਸ ਸਰਵਿਸਮੈਨ ਦੀ ਉਸ ਦੀ ਸਰਵਿਸ ਰੂਲਸ ਦੇ ਅਕੋਰਡਿੰਗ ਜਿਹੜੀ ਜਿੰਨੀ ਸਰਵਿਸ ਕੀਤੀ ਹੁੰਦੀ ਹੈ ਉਸ ਨੂੰ ਏਜ ਦੇ ਵਿੱਚੋਂ ਕਟਾ ਕੇ ਅਤੇ ਬਾਕੀ ਅਪਰ ਏਜ ਜਿਹੜੀ ਰਹਿੰਦੀ ਹੈ ਉਹ ਰਹਿੰਦਾ ਹੈ ਜੀ। ਠੀਕ ਹੈ, ਫੀਸ ਤੁਹਾਡੀ 1000 ਰੁਪਏ ਹੋਏਗੀ ਜਨਰਲ ਅਤੇ BC ਕੈਟਾਗਰੀ ਦੀ। ਰਿਜ਼ਰਵ ਕੈਟਾਗਰੀ ਕੋਈ ਵੀ ਹੈ ਜੀ, ਰਿਜ਼ਰਵ ਕੈਟਾਗਰੀ SC ST ਦੀ ਹੈ ਉਹ 500 ਰੁਪਏ ਰਹੇਗੀ। ਸਾਬਕਾ ਫੌਜੀ ਦੀ ਜੇਕਰ ਖੁਦ ਹੈ ਤਾਂ ਕੋਈ ਫੀਸ ਨਹੀਂ ਹੋਏਗੀ। ਬਾਕੀ BC ਅਤੇ ਜਨਰਲ ਦੀ ਜਿਹੜੀ ਫੀਸ ਹੈ ਉਹ 1000 ਰੁਪਏ ਰਹੇਗੀ ਅਤੇ SC ਅਤੇ ST ਦੀ ਜਿਹੜੀ ਫੀਸ ਹੈ 500 ਰੁਪਏ ਰਹੇਗੀ ਅਤੇ ਸਾਬਕਾ ਫੌਜੀ ਜੇਕਰ ਖੁਦ ਹੈ ਤਾਂ ਉਸਦੀ ਕੋਈ ਫੀਸ ਨਹੀਂ ਹੋਏਗੀ। ਬਾਕੀ ਤੁਸੀਂ ਇਹ ਸਾਰੇ ਡਾਕੂਮੈਂਟ ਵੇਖ ਸਕਦੇ ਹੋ ਜੀ। ਪੰਜਾਬ ਦਾ ਜਿਹੜਾ ਵਸਨੀਕ ਹੋਏਗਾ ਉਸ ਨੂੰ ਹੀ ਉਮਰ ਦੇ ਵਿੱਚ ਛੂਟ ਦਿੱਤੀ ਜਾਏਗੀ, ਬਾਕੀ ਕਿਸੇ ਨੂੰ ਛੂਟ ਨਹੀਂ ਦਿੱਤੀ ਜਾਏਗੀ। ਮੰਨ ਕੇ ਇਹੀ ਚਲੋ ਜੀ ਪੰਜਾਬ ਦੇ ਹੀ ਕੈਂਡੀਡੇਟ ਇਸ ਵਿੱਚ ਅਪਲਾਈ ਕਰ ਸਕਦੇ ਆ, ਕਿਉਂਕਿ ਬਾਹਰ ਦਾ ਕੈਂਡੀਡੇਟ ਇਸ ਦੇ ਵਿੱਚ ਅਪਲਾਈ ਕਰਨ ਦੇ ਇਲੀਜੀਬਲ ਨਹੀਂ ਹੋਏਗਾ, ਕਿਉਂਕਿ ਸਿੱਧੀ ਇਹ ਪੋਸਟ ਹੈ ਜਿਹੜੀ ਵੋਲੰਟੀਅਰ ਨੂੰ ਹੀ ਦਿੱਤੀਆਂ ਜਾ ਰਹੀਆਂ ਨੇ। ਉਹਨਾਂ ਦਾ ਹੀ ਕੰਪੀਟੀਸ਼ਨ ਹੋਏਗਾ, ਉਹ ਹੀ ਇਸ ਕੰਪੀਟੀਸ਼ਨ ਦੇ ਵਿੱਚ ਹਿੱਸਾ ਲੈਣਗੇ। ਠੀਕ ਹੈ, ਇਹ ਸਾਰੇ ਡਾਕੂਮੈਂਟ ਹੈ ਜੀ ਜਿਹੜੀ ਤੁਹਾਡੀ ਜਦੋਂ ਸਕੂਟਨੀ ਹੋਏਗੀ ਜੀ ਉਸ ਟਾਈਮ ਤੁਹਾਨੂੰ ਇਹ ਜਿਹੜੀ ਫੀਸ ਦੀ ਰਿਸੀਪਟ ਹੈ ਜਾਂ ਤੁਹਾਡੇ ਡਾਕੂਮੈਂਟ ਹੈ ਉਹ ਤੁਹਾਨੂੰ ਪੇਸ਼ ਕਰਨੇ ਪੈਣਗੇ। ਇਸ ਲਈ ਤੁਸੀਂ ਸਾਰੇ ਡਾਕੂਮੈਂਟ ਆਪਣੇ ਪ੍ਰੋਪਰ ਵੇ ਨਾਲ ਤਿਆਰ ਕਰਕੇ ਰੱਖਣੇ ਆ ਜੀ। ਫੀਸ ਜਿਹੜੀ ਹੈ ਉਸ ਦੀ ਰਿਸੀਪਟ ਤੁਸੀਂ ਆਪਣੇ ਕੋਲ ਜ਼ਰੂਰ ਰੱਖਣੀ। ਆਮ ਸ਼ਰਤਾਂ ਜਿਹੜੇ ਉਮੀਦਵਾਰ ਅਨੁਸੂਚਿਤ ਜਾਤੀ ਜਾਂ ਪਛੜੀ ਸ਼੍ਰੇਣੀ ਦੇ ਰਾਖਵੇ ਦਾ ਲਾਭ ਲੈਣਾ ਚਾਹੁੰਦੇ ਹਨ, ਉਹਨਾਂ ਦੇ ਜਾਤੀ ਸਰਟੀਫਿਕੇਟ ਜੋ ਕਿ ਸੰਬੰਧਿਤ ਸਮਰੱਥ ਅਧਿਕਾਰੀ ਵੱਲੋਂ ਜਾਰੀ ਕੀਤੇ ਗਏ ਹੋਣ ਵਿੱਚ ਜਾਤੀ ਸਪਸ਼ਟ ਤੌਰ 'ਤੇ ਲਿਖੀ ਹੋਵੇ, ਜਿਵੇਂ ਉਸ ਦੇ ਵਿੱਚ ਮੈਂਸ਼ਨ ਕੀਤਾ ਹੋਣਾ ਚਾਹੀਦਾ ਜੀ ਤੁਸੀਂ ਇਸ ਜਾਤੀ ਤੋਂ ਬਿਲੋਂਗ ਕਰਦੇ ਹੋ। ਅਨੁਸੂਚਿਤ ਜਾਤੀ ਅਤੇ ਪਛੜੀ ਸ਼੍ਰੇਣੀ ਦੀ ਉਹ ਇਸਤਰੀ ਉਮੀਦਵਾਰ ਜਿਨ੍ਹਾਂ ਦੇ ਸਰਟੀਫਿਕੇਟ ਵਿਆਹ ਉਪਰੰਤ ਪਤੀ ਦੇ ਨਾਂ ਤੋਂ ਬਣੇ ਹਨ, ਉਹਨਾਂ ਇਸਤਰੀ ਉਮੀਦਵਾਰਾਂ ਨੂੰ ਸਕੂਟਨੀ ਸਮੇਂ ਉਹ ਸਰਟੀਫਿਕੇਟ ਜਿਸ ਵਿੱਚ ਪਿਤਾ ਦਾ ਨਾਂ ਦਰਜ ਹੈ ਜਾਂ ਪਤੀ ਦਾ ਨਾਂ ਦਰਜ ਹੈ ਉਹ ਸਰਟੀਫਿਕੇਟ ਆਪਣਾ ਸਬੂਤ ਵਜੋਂ ਪੇਸ਼ ਕਰਨਾ ਹੋਏਗਾ। ਇਹ ਤੁਸੀਂ ਸਾਰੀ ਗੱਲਾਂ ਇੱਕ ਵਾਰ ਜ਼ਰੂਰ ਪੜ੍ਹ ਲੈਣਾ ਜੀ। ਇਸ ਦੇ ਹਿਸਾਬ ਨਾਲ ਤੁਸੀਂ ਆਪਣਾ ਸਰਟੀਫਿਕੇਟ ਹੈ ਉਹ ਜ਼ਰੂਰ ਲੈ ਕੇ ਜਾਣਾ ਹੈ। ਪਛੜੀ ਸ਼੍ਰੇਣੀ ਦਾ ਸਰਟੀਫਿਕੇਟ ਉਦੋਂ ਤੱਕ ਵੈਲਿਡ ਮੰਨਿਆ ਜਾਏਗਾ ਜਦੋਂ ਤੱਕ ਪ੍ਰਾਰਥੀ ਕ੍ਰਿਮੀਨਲ ਲੇਅਰ ਦੇ ਦਾਇਰੇ ਵਿੱਚ ਨਹੀਂ ਆ ਜਾਂਦਾ। ਪਛੜੀ ਸ਼੍ਰੇਣੀ ਦਾ ਲਾਭ ਪ੍ਰਾਪਤ ਕਰਨ ਲਈ ਉਮੀਦਵਾਰ ਨੂੰ ਦਸਤਾਵੇਜ਼ ਦੀ ਸਕੂਟਨੀ ਸਮੇਂ ਆਪਣੀ ਪ੍ਰਤੀ ਬੇਨਤੀ ਦੇ ਨਾਲ ਇੱਕ ਘੋਸ਼ਣਾ ਪੱਤਰ ਦੇਣਾ ਹੋਏਗਾ ਜੀ। ਇਹ ਸਭ ਨੂੰ ਪਤਾ ਹੈ, ਇਹ ਤੁਸੀਂ ਦਿੰਦੇ ਹੋ। ਕ੍ਰਿਮੀਨਲ ਲੇਅਰ ਦਾ ਜਿਹੜਾ ਹੈ ਕ੍ਰਾਈਟੇਰੀਆ ਤੁਹਾਨੂੰ ਪਤਾ ਹੈ, ਉਹ ਵੀ ਤੁਸੀਂ ਫੋਲੋ ਕਰਨਾ ਹੈ। ਠੀਕ ਹੈ, ਬਾਕੀ ਖਿਡਾਰੀਆਂ ਦਾ ਅਪਾਹਿਜ ਕੋਟਾ ਹੈ ਜੀ, ਫਿਜ਼ੀਕਲ ਹੈਂਡੀਕੈਪਡ ਦਾ। ਬਾਕੀ ਸਰਕਾਰ ਨੇ ਜਿਵੇਂ ਇਸਤਰੀ ਰੈਜੂਲੇਸ਼ਨ ਦਿੱਤਾ ਹੋਇਆ ਜੀ 33% ਉਹ ਐਪਲੀਕੇਬਲ ਹੋਏਗਾ ਅਤੇ ਪੁਰਸ਼ ਅਤੇ ਇਸਤਰੀ ਉਮੀਦਵਾਰਾਂ ਦੀ ਸਾਂਝੀ ਮੈਰਿਟ ਬਣਾਈ ਜਾਏਗੀ। ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾ ਹੈ ਜੀ, ਇਹ ਪੁਆਇੰਟ ਇੰਪੋਰਟੈਂਟ ਹੈ। ਤੁਸੀਂ ਹੁਣ ਇਸ ਉੱਤੇ ਗੌਰ ਨਹੀਂ ਕਰ ਰਹੇ, ਪਰ ਜਦੋਂ ਮੈਰਿਟ ਬਣੇਗੀ ਤੁਸੀਂ ਉਸ ਟਾਈਮ ਵੇਖਣਾ ਜੀ। ਪੁਰਸ਼ ਅਤੇ ਇਸਤਰੀ ਦੀ ਸਾਂਝੀ ਮੈਰਿਟ ਦਾ ਮਤਲਬ ਹੈ ਫੀਮੇਲ ਕੈਟਾਗਰੀ ਦੀ ਕੋਈ ਵੀ ਅਲੱਗ ਤੋਂ ਮੈਰਿਟ ਨਹੀਂ ਬਣੇਗੀ। ਇਸ ਗੱਲ ਦਾ ਤੁਸੀਂ ਜ਼ਰੂਰ ਧਿਆਨ ਰੱਖਣਾ ਜੀ। ਠੀਕ ਹੈ, ਇਸ ਵਿਗਿਆਪਨ ਨੂੰ ਕਿਸੇ ਵੀ ਕਾਰਨ ਪੋਸਟਾਂ ਘਟਾਉਣ ਜਾਂ ਵਧਾਉਣ ਜਾਂ ਰੱਦ ਕਰਨ ਦਾ ਵਿਭਾਗ ਪਾਸ ਅਧਿਕਾਰ ਹੈ, ਕਿਉਂਕਿ 8393 ਇਸੇ ਪੁਆਇੰਟ ਨੂੰ ਲੈ ਕੇ ਪਿਛਲੀ ਵਾਰ ਜਿਹੜੀ ਹੈ ਰੱਦ ਕੀਤੀ ਗਈ ਸੀ ਅਤੇ ਡਿਪਾਰਟਮੈਂਟ ਕਦੇ ਵੀ ਇਹਨਾਂ ਨੂੰ ਰੱਦ ਕਰ ਸਕਦਾ ਹੈ, ਪੋਸਟਾਂ ਨੂੰ ਘੱਟ ਜਾਂ ਵੱਧ ਕਰ ਸਕਦਾ ਹੈ। ਆਪਣਾ ਫਾਰਮ ਤੁਸੀਂ ਬੜੇ ਹੀ ਧਿਆਨ ਨਾਲ ਪੜ੍ਹਨਾ ਹੈ ਜੀ। ਕੈਟਾਗਰੀ ਦਾ ਧਿਆਨ ਰੱਖਣਾ ਹੈ, ਵੋਲੰਟੀਅਰ ਦਾ ਤੁਹਾਡਾ ਐਕਸਪੀਰੀਅੰਸ ਹੈ ਉਸ ਦਾ ਤੁਸੀਂ ਧਿਆਨ ਰੱਖਣਾ ਹੈ ਜੀ। ਬਾਕੀ ਸਾਰੀ ਡਿਟੇਲ ਹੈ ਤੁਸੀਂ ਬਿਲਕੁਲ ਸਹੀ ਭਰਨੀ ਹੈ। ਇੱਕ ਵਾਰ ਤੁਸੀਂ ਫਾਰਮ ਫਿਲ ਕਰਨ ਤੋਂ ਬਾਅਦ ਅਪਰੂਵ ਕਰਨ ਤੋਂ ਬਾਅਦ ਤੁਹਾਡੀ ਕਿਸੇ ਵੀ ਪ੍ਰਕਾਰ ਦੀ ਜਿਹੜੀ ਹੈ ਚੇਂਜਿਸ ਨਹੀਂ ਕੀਤੀ ਜਾਏਗੀ। ਅਤੇ ਜ਼ਰੂਰੀ ਗੱਲਾਂ ਹੈ ਜੀ ਕਿ ਤੁਸੀਂ ਆਖਰੀ ਮਿਤੀ ਤੱਕ ਤੁਹਾਡੇ ਕੋਲ ਜਿਹੜੇ ਸਾਰੀ ਕੈਟਾਗਰੀ ਦਾ ਸਬੂਤ ਹੈ ਚਾਹੇ ਕੁਝ ਵੀ ਹੈ ਜੀ ਉਹ ਤੁਹਾਡੇ ਕੋਲ ਪੂਰਾ ਆਖਰੀ ਡੇਟ ਜਦੋਂ ਤੱਕ ਹੈ ਉਸ ਤੋਂ ਪਹਿਲਾਂ ਦਾ ਹੋਣਾ ਚਾਹੀਦਾ ਹੈ। ਠੀਕ ਹੈ, 11 ਤਰੀਕ ਤੁਹਾਡੀ ਲਾਸਟ ਹੈ ਜੀ, ਉਸ ਤੋਂ ਪਹਿਲਾਂ ਦਾ ਜਿਹੜਾ ਸਾਰਾ ਡਾਕੂਮੈਂਟ ਤੁਹਾਡੇ ਕੋਲ ਹੋਣਾ ਚਾਹੀਦਾ ਹੈ। ਉਸ ਤੋਂ ਬਾਅਦ ਦੀ ਜਿਹੜੀ ਕੋਈ ਵੀ ਚੀਜ਼ ਹੋਏਗੀ ਉਹ ਨਹੀਂ ਮੰਨੀ ਜਾਏਗੀ। ਤੁਸੀਂ ਐਜੂਕੇਸ਼ਨ ਰਿਕਰੂਟਮੈਂਟ ਦੀ ਸਾਈਡ ਉੱਤੇ ਜਾ ਕੇ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਰਜਿਸਟਰ ਕਰ ਲੈਣਾ ਜੀ। ਉਸ ਤੋਂ ਬਾਅਦ ਆਪਣੇ ਡਾਕੂਮੈਂਟ ਜੋ ਵੀ ਹੈ ਉਸ ਦੇ ਅਕੋਰਡਿੰਗ ਸਾਰੀ ਇਨਫੋਰਮੇਸ਼ਨ ਫਿਲ ਕਰ ਦੇਣੀ ਹੈ ਅਤੇ ਉਸ ਤੋਂ ਬਾਅਦ ਆਪਣਾ ਜਿਹੜਾ ਹੈ ਤੁਸੀਂ ਫਾਰਮ ਲੋਕ ਕਰ ਦੇਣਾ ਜੀ। ਉਮੀਦਵਾਰ ਇੱਕ ਸਵੈ ਤਸਦੀਕ, ਇੱਕ ਗੱਲ ਇਹ ਛੋਟੀ ਜੀ ਹੈ ਜੀ ਪਰ ਧਿਆਨ ਜ਼ਰੂਰ ਰੱਖਣੀ ਹੈ ਕਿ ਤੁਸੀਂ ਆਪਣੀ ਜਦੋਂ ਫੋਟੋ ਅਪਲੋਡ ਕਰਨੀ ਹੈ ਉਸ ਨੂੰ ਸੈਲਫ ਅਟੈਸਟ ਕਰਕੇ ਫਿਰ ਅਪਲੋਡ ਕਰਨਾ ਜੀ ਅਤੇ ਸਾਈਨ ਤੁਸੀਂ ਅਪਲੋਡ ਕਰਨੇ ਹੈ। ਇਹ 25 KB 15 KB ਦਾ ਸ਼ਾਇਦ ਇਹਨਾਂ ਦਾ ਹੁੰਦਾ ਹੈ ਜੀ ਸਾਈਜ਼, ਤੁਸੀਂ ਇੱਕ ਵਾਰ ਚੈੱਕ ਕਰ ਲੈਣਾ। 25 ਅਤੇ 15 KB ਦਾ ਸਾਈਨ ਹੁੰਦਾ ਹੈ ਅਤੇ 25 KB ਤੁਹਾਡੀ ਫੋਟੋ ਹੋਣੀ ਚਾਹੀਦੀ ਹੈ ਜੀ। ਇਹ ਤੁਸੀਂ ਕ੍ਰੋਪ ਕਰਕੇ ਤੁਸੀਂ ਅਪਲੋਡ ਕਰ ਦੇਣੀ ਹੈ ਜੀ। ਸਾਈਨ ਤੁਹਾਡੇ ਸੈਲਫ ਟੈਸਟ ਕੀਤੇ ਹੋਣੇ ਚਾਹੀਦੇ ਹੈ। ਬਾਕੀ ਜੋ ਵੀ ਕੋਈ ਡਾਊਟ ਹੁੰਦਾ ਤੁਸੀਂ ਦੱਸ ਦੇਣਾ ਜੀ। ਜਿੱਥੋਂ ਤੱਕ ਹੋਏਗਾ ਤੁਹਾਡੀ ਪ੍ਰੋਬਲਮ ਸੋਲਵ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ। ਬਾਕੀ ਜਿਹੜਾ ਪੇਪਰ ਹੈ ਉਹ ਬਹੁਤ ਹੀ ਜਲਦ ਹੋ ਜਾਏਗਾ ਕਿਉਂਕਿ ਇਹ ਵਿਭਾਗੀ ਪੋਸਟਾਂ ਨੇ ਜੀ। ਇਸ ਨੂੰ ਵਿਭਾਗੀ ਪੋਸਟਾਂ ਕਿਹਾ ਗਿਆ ਹੈ ਕਿਉਂਕਿ ਸਿਰਫ ਅਤੇ ਸਿਰਫ ਜਿਹੜੇ ਡਿਪਾਰਟਮੈਂਟ ਦੇ ਹੈ ਜੀ ਉਹ ਹੀ ਇਸ ਨੂੰ ਅਪਲਾਈ ਕਰਨਗੇ, ਤਾਂ ਪੇਪਰ ਬਹੁਤ ਹੀ ਜਲਦੀ ਹੋ ਜਾਏਗਾ। ਤਿਆਰੀ ਰੱਖੋ ਜੀ। ਬੈਸਟ ਆਫ ਲੱਕ, ਹੈਵ ਏ ਨਾਈਸ ਡੇ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ।